ਆ ਜਿਹੜੀ ਹੈਗੀ ਹੈ ਆਮ ਭਗਦੜ ਪਾਰਟੀ ਹੈ ਜਿਹੜੀ ਇਹ ਭੱਗ ਦੌੜ ਕਰਨ ਵਾਲੀ ਪਾਰਟੀ ਹੈ। ਇਹ ਭਜਦੜ ਮਚਾ ਦਿੰਦੀ ਹੈ। ਉਹਨਾਂ ਨੇ ਕਿਤੇ ਮਾਈਕ ਤੋੜੇ, ਕਿਤੇ ਉਹਨਾਂ ਨੇ ਗਲਾਸ ਤੋੜੇ, ਕਿਤੇ ਉਹ ਫਰੰਟ ਸ਼ੀਲਡ ਤੋੜ ਦਿੱਤੀ, ਕਿਤੇ ਪਾਣੀ ਰੋੜ ਦਿੱਤਾ, ਕਿਤੇ ਡੀਸੀ ਨੂੰ ਪਿੱਛੇ ਕਰ ਦਿੱਤਾ, ਉਹਦੀ ਕੁਰਸੀ ਦੇ ਉੱਤੇ ਡੀਸੀ ਦੇ ਕੁਰਸੀ ਤੇ ਬੈਠ ਗਏ। ਜਿਹੜੇ ਹੈਗੇ ਆ ਮਿਊਨਿਸਪਲ ਕਮਿਸ਼ਨਰ ਜਿਹੜੇ ਆ ਉਹਨਾਂ ਨੂੰ ਵੀ ਜਾਣਾ ਪਿਆ ਉੱਥੇ, ਉਹਨਾਂ ਦੀ ਕੁਰਸੀ ਤੇ ਬੈਠ ਗਏ। ਤੁਸੀਂ ਕਦੀ ਨਹੀਂ ਵੇਖਿਆ ਹੋਣਾ ਕਿ ਕਦੀ ਸਦਨ 'ਚ ਪੁਲਿਸ ਨੂੰ ਆਉਣਾ ਪਵੇ। ਇਹ ਸਦਨ ਦੀ ਗਰਿਮਾ ਨੂੰ ਤਾਰ ਕਰਨ ਵਾਲੀ ਇਹ ਹਾਰ ਦੀ ਬੁਖਲਾਹਟ ਹੈ ਜਿਹੜੀ ਅਲੱਗ-ਅਲੱਗ ਆਵਾਜ਼ਾਂ 'ਚ ਨਿਕਲ ਰਹੀ ਹੈ। ਇਹ ਉਹਨਾਂ ਦੀ ਬੁਖਲਾਹਟ ਹੈ। ਔਰ ਜੋ ਉਹਨਾਂ ਨੇ ਅੱਜ ਇੱਥੇ ਰੰਗ ਦਿਖਾਇਆ ਹੈ, ਕੱਲ੍ਹ ਦੇ ਅਖਬਾਰਾਂ 'ਚ ਜਿਹੜੇ ਜਨਤਾ ਦੇਖੇਗੀ ਜਾਂ ਜਿਨ੍ਹਾਂ ਨੇ ਆਨਲਾਈਨ ਟੀਵੀ ਦੇ ਉੱਤੇ ਦੇਖਿਆ ਜਾਂ ਤੁਸੀਂ ਵੀ ਉਹਨੂੰ ਆਨਲਾਈਨ ਕਵਰ ਕਰ ਰਹੇ ਸੀਗੇ, ਜਿਹੜੇ ਤੁਸੀਂ ਉਹਦੇ ਸ਼ਾਰਟਸ ਦਿਖਾਓਗੇ, ਉਹਨਾਂ ਦੇ ਜਿਹੜੇ ਪ੍ਰਧਾਨ ਹੈ ਉਹ ਸਦਨ ਦੇ ਵਿੱਚ ਤੁਰੀ ਫਿਰਦੇ। टंडन साहब, भाजपा ने फिर मेयर बना लिया, इससे की कहूँ? अगले 4 साल ਜਿਹੜੀ ਇਸ ਟਰਮ ਦੇ ਹੈ ਫਿਰ ਬਣਾਵਾਂਗੇ। ਔਰ ਚੰਡੀਗੜ੍ਹ ਦੀ ਜਿਹੜੀ ਹੈਗੀ ਹੈ ਸੇਵਾ ਵਾਸਤੇ ਭਾਰਤੀ ਜਨਤਾ ਪਾਰਟੀ ਵਚਨਬੱਧ ਹੈ ਔਰ ਪੂਰੀ ਸੇਵਾ ਵਾਸਤੇ ਲੱਗੀ ਰਹੇਗੀ। ਲੇਕਿਨ ਅੱਜ ਦਾ ਜਿਹੜਾ ਚੁਣਾਵ ਹੈ, ਮੈਨੂੰ ਪਿਛਲੇ ਕੋਈ 15 ਸਾਲ ਹੋ ਗਏ ਹੈ ਚੰਡੀਗੜ੍ਹ ਦੇ ਵਿੱਚ ਚੁਣਾਵ 'ਚ ਹਿੱਸਾ ਲੈਂਦਿਆਂ ਜੀ। ਲੇਕਿਨ ਅੱਜ ਜੋ ਸਦਨ 'ਚ ਹੋਇਆ ਹੈ, ਮੈਂ ਇਹੋ ਜਿਹਾ ਸਦਨ ਕਦੀ ਵੀ ਨਹੀਂ ਦੇਖਿਆ। ਮੈਨੂੰ ਲੱਗਦਾ ਕਿ ਜਿਹੜੀ ਹੈਗੀ ਹੈ ਆਮ ਭਗਦੜ ਪਾਰਟੀ ਹੈ ਜਿਹੜੀ ਇਹ ਭੱਗ ਦੌੜ ਕਰਨ ਵਾਲੀ ਪਾਰਟੀ ਹੈ। ਇਹ ਭਜਦੜ ਮਚਾ ਦਿੰਦੀ ਹੈ। ਉਹਨਾਂ ਨੇ ਕਿਤੇ ਮਾਈਕ ਤੋੜੇ, ਕਿਤੇ ਉਹਨਾਂ ਨੇ ਗਲਾਸ ਤੋੜੇ, ਕਿਤੇ ਉਹ ਫਰੰਟ ਸ਼ੀਲਡ ਤੋੜ ਦਿੱਤੀ, ਕਿਤੇ ਪਾਣੀ ਰੋੜ ਦਿੱਤਾ, ਕਿਤੇ ਡੀਸੀ ਨੂੰ ਪਿੱਛੇ ਕਰ ਦਿੱਤਾ, ਉਹਦੀ ਕੁਰਸੀ ਦੇ ਉੱਤੇ ਡੀਸੀ ਦੇ ਕੁਰਸੀ ਤੇ ਬੈਠ ਗਏ। ਜਿਹੜੇ ਹੈਗੇ ਆ ਮਿਊਨਿਸਪਲ ਕਮਿਸ਼ਨਰ ਜਿਹੜੇ ਆ ਉਹਨਾਂ ਨੂੰ ਵੀ ਜਾਣਾ ਪਿਆ ਉੱਥੇ, ਉਹਨਾਂ ਦੀ ਕੁਰਸੀ ਤੇ ਬੈਠ ਗਏ। ਪੁਲਿਸ ਬੁਲਾਣੀ ਪੈ ਗਈ। ਤੁਸੀਂ ਵੀ ਬੜੇ ਸਾਲਾਂ ਤੋਂ ਚੰਡੀਗੜ੍ਹ ਦਾ ਇੱਕ ਕਵਰ ਕਰ ਰਹੇ ਹੋ, ਤੁਸੀਂ ਕਦੀ ਨਹੀਂ ਵੇਖਿਆ ਹੋਣਾ ਕਿ ਕਦੀ ਸਦਨ 'ਚ ਪੁਲਿਸ ਨੂੰ ਆਉਣਾ ਪਵੇ। ਇਹ ਸਦਨ ਦੀ ਗਰਿਮਾ ਨੂੰ ਤਾਰ ਕਰਨ ਵਾਲੀ ਇਸ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਵੈ ਦਿੱਲੀ ਦੇ ਵਿੱਚ ਅਨਾਰਕੀ ਪਾਈ, ਜਿਸ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਇਹਨਾਂ ਨੇ ਵਿਵਹਾਰ ਕੀਤਾ। ਅਸੀਂ ਵੀ 9 ਵੋਟਾਂ ਤੋਂ ਹਾਰੇ, ਅਸੀਂ ਵੀ 12 ਵੋਟਾਂ ਤੋਂ ਹਾਰੇ। ਸਾਡੀਆਂ ਵੀ ਇਸ ਤਰ੍ਹਾਂ 2 ਸੀਟਾਂ ਬੜੇ ਕਲੋਜ਼ ਮਾਰਜਨ 'ਚ ਗਈਆਂ। ਉਹਨਾਂ ਤੋਂ ਜਿਹੜੇ ਜਿੱਤ ਕੇ ਆਏ ਉਹ ਇੱਥੇ ਬੈਠ ਕੇ ਆ ਕੇ ਅੱਜ ਉਹ ਕਾਨੂੰਨ ਦੱਸ ਰਹੇ ਹੈਗੇ। ਹੁਣ ਜੇ ਤੁਸੀਂ 1 ਵੋਟ ਤੋਂ ਹਾਰ ਗਏ ਹੋ, ਪਹਿਲੀ ਗੱਲ ਹੈ ਆਪਣੀ ਹਾਰ ਨੂੰ ਐਕਸੈਪਟ ਕਰੋ। ਦੂਸਰਾ, ਉਹਦੇ ਵਾਸਤੇ ਤੁਹਾਨੂੰ ਲੱਗਦਾ ਕੋਈ ਗਲਤੀ ਹੈ ਤੇ ਜਿਹੜੀ ਪ੍ਰੀਜ਼ਾਈਡਿੰਗ ਅਫਸਰ ਨੂੰ ਤੁਸੀਂ ਆਪਣੀ ਕੰਪਲੇਂਟ ਦੇ ਸਕਦੇ ਹੋ। ਅਸੀਂ ਵੀ ਉਹ ਚੁਣਾਵ ਦੇ ਵਿੱਚ ਜਿੱਥੇ ਅਸੀਂ ਹਾਰੇ ਹਾਂ ਤੇ ਅਸੀਂ ਵੀ ਆਹੀ ਕੀਤਾ। ਤੁਹਾਨੂੰ ਤੇ ਯਾਦ ਹੋਣਾ ਹੈ ਲਿਬਰੇਟ ਜੀ 2011 ਦੇ ਵਿੱਚ ਕੰਗ ਸਾਹਿਬ ਸਾਡੇ ਕੈਂਡੀਡੇਟ ਸੀਗੇ ਤੇ ਜਿਹੜਾ ਉਸ ਵੇਲੇ ਪਾਲੀ 1 ਵੋਟ ਤੋਂ ਜਿੱਤਿਆ ਸੀਗਾ ਤੇ ਬੜਾ ਰੋਸ਼ ਵੀ ਸੀਗਾ। ਔਰ ਜਿਹੜਾ ਹੈਗਾ ਵੇ ਔਰ ਉਹਦੀ ਪਹਿਲੇ ਘੋਸ਼ਣਾ ਹੋ ਗਈ ਕਿ ਕੰਗ ਜਿੱਤ ਗਿਆ, ਬੀਜੇਪੀ ਦਾ ਜਿਹੜਾ ਹੈਗਾ ਸਮਰਥਿਤ ਕੈਂਡੀਡੇਟ ਜਿੱਤ ਗਿਆ। ਲੇਕਿਨ ਉਸ ਤੋਂ ਬਾਅਦ ਜਿਸ ਵੇਲੇ ਉਹਨਾਂ ਨੇ ਚੈੱਕ ਕੀਤਾ, ਉਹਨਾਂ ਨੇ ਕਾਂਗਰਸ ਨੂੰ ਜੇਤੂ ਡਿਕਲੇਅਰ ਕਰਤਾ। ਅਸੀਂ ਆਪਣੀ ਆਬਜੈਕਸ਼ਨ ਫਾਈਲ ਕਰ ਦਿੱਤੀ। ਸਦਨ ਦੇ ਵਿੱਚ, ਸਮਾਜ ਦੇ ਵਿੱਚ, ਕਨਸਟੀਟਿਊਸ਼ਨ ਦੇ ਵਿੱਚ ਤੁਹਾਡੇ ਕੋਲ ਸਾਰੇ ਤਰੀਕੇ ਅਵੇਲੇਬਲ ਨੇ। ਲੇਕਿਨ ਇਸ ਤਰ੍ਹਾਂ ਚਾਹ ਕੇ ਜੋ ਕਬਜ਼ਾ ਕਰਨ ਦੀ ਜਿੱਥੇ ਕੋਸ਼ਿਸ਼ ਕੀਤੀ ਜਾਂਦੀ ਹੈ, ਇਹ ਮੈਨੂੰ ਲੱਗਦਾ ਕਿ ਇਹ ਡੈਮੋਕ੍ਰੇਸੀ ਦੇ ਵਿੱਚ ਕਦੀ ਵੀ ਅਲਾਉਡ ਨਹੀਂ। ਜੇ ਉਹਨਾਂ ਨੇ ਲਗਾਤਾਰ 10 ਤੋਂ 15 ਮਿੰਟ ਹੰਗਾਮਾ ਚੱਲਦਾ ਰਿਹਾ, ਪੁਲਿਸ ਵਾਲਿਆਂ ਨੂੰ ਬੁਲਾਉਣਾ ਪਿਆ, ਇਹ ਉਹਨਾਂ ਦੇ ਦੋਸ਼ ਤੋਂ ਹਜੇ ਵੀ ਲਗਾਤਾਰ ਲਗਾ ਰਹੇ ਨੇ, ਜਦੋਂ ਕਿ ਪ੍ਰੈਜ਼ਾਈਡਿੰਗ ਅਫਸਰ ਨੇ ਜਾਂ ਡਿਪਟੀ ਕਮਿਸ਼ਨ ਚੰਡੀਗੜ੍ਹ ਨੇ ਸਾਰਾ ਕਲੀਅਰ ਕਰ ਦਿੱਤਾ। ਇਹ ਇਹਨਾਂ ਦੇ ਦੋਸ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਉਹ ਕਿਤੇ ਨਾ ਕਿਤੇ ਕੋਤਾਹੀ ਕਰ ਰਹੇ ਨੇ ਜਾਂ ਲੋਕਤੰਤਰ ਤਰੀਕੇ ਦਾ ਦੁਰਉਪਯੋਗ ਕਰ ਰਹੇ? ਇਹ ਹਾਰ ਦੀ ਬੁਖਲਾਹਟ ਹੈ ਜਿਹੜੀ ਅਲੱਗ-ਅਲੱਗ ਆਵਾਜ਼ਾਂ 'ਚ ਨਿਕਲ ਰਹੀ ਹੈ। ਇਹ ਉਹਨਾਂ ਦੀ ਬੁਖਲਾਹਟ ਹੈ। ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਵੀ ਜਿਸ ਤਰ੍ਹਾਂ ਤੁਸੀਂ ਸਪੋਜ਼ਿੰਗ ਜਿੱਤ ਕੇ ਆਏ ਹੋ ਤੇ ਸ਼ਹਿਰ ਦੇ ਵਿਕਾਸ ਵਾਸਤੇ ਕੰਮ ਕਰੋ। ਅਸੀਂ ਤੇ ਕਿਹਾ ਉਹਨਾਂ ਨੂੰ, ਆਓ ਇਕੱਠੇ ਮਿਲ ਕੇ ਕੰਮ ਕਰੀਏ। ਜਦ ਇਕੱਠੇ ਮਿਲ ਕੇ ਕੰਮ ਕਰਨ ਦਾ ਤਰੀਕਾ
ਕਿੰਨਾ ਅਵੇਲੇਬਲ ਹੈ, ਤੇ ਤੁਹਾਨੂੰ ਇਸ ਤਰੀਕੇ ਦੇ ਨਾਲ ਇੱਥੇ ਹੁੜਦੰਗ ਮਚਾਉਣ ਵਾਸਤੇ ਤੇ ਤੁਹਾਨੂੰ ਲੋਕਾਂ ਨੇ ਚੁਣ ਕੇ ਨਹੀਂ ਭੇਜਿਆ। ਸ਼ਾਇਦ ਦਿੱਲੀ ਦੇ ਵਿੱਚ ਉਹਨਾਂ ਦੀ ਇਸ ਤਰ੍ਹਾਂ ਚੱਲ ਜਾਂਦੀ ਸੀਗੀ, ਲੇਕਿਨ ਚੰਡੀਗੜ੍ਹ ਦਾ ਬੰਦਾ ਕਦੀ ਬਰਦਾਸ਼ਤ ਨਹੀਂ ਕਰੇਗਾ। ਔਰ ਜੋ ਉਹਨਾਂ ਨੇ ਅੱਜ ਇੱਥੇ ਰੰਗ ਦਿਖਾਇਆ, ਕੱਲ੍ਹ ਦੇ ਅਖਬਾਰਾਂ 'ਚ ਜਿਸਲੇ ਜਨਤਾ ਦੇਖੇਗੀ, ਜਾਂ ਜਿਨ੍ਹਾਂ ਨੇ ਔਨਲਾਈਨ ਟੀਵੀ ਦੇ ਉੱਤੇ ਦੇਖਿਆ, ਜਾਂ ਤੁਸੀਂ ਵੀ ਉਹਨੂੰ ਔਨਲਾਈਨ ਕਵਰ ਕਰ ਰਹੇ ਸੀਗੇ, ਜਿਸਲੇ ਤੁਸੀਂ ਉਹਦੇ ਸ਼ਾਰਟਸ ਦਿਖਾਓਗੇ, ਉਹਨਾਂ ਦੇ ਜਿਹੜੇ ਪ੍ਰਧਾਨ ਹੈ ਉਹ ਸਦਨ ਦੇ ਵਿੱਚ ਤੁਰੀ ਫਿਰਦੇ, ਜਿਵੇਂ ਸਦਨ ਨਾ ਹੋਵੇ ਕੋਈ ਬਾਗ ਹੋ ਗਿਆ ਕਿ ਕੋਈ ਬੰਦਾ ਸੈਰ ਕਰ। ਅਸੀਂ ਇੰਨੇ ਸਾਲਾਂ ਤੋਂ ਬੈਠੇ ਹਾਂ, ਸਾਨੂੰ ਵੀ ਕਈ ਵਾਰੀ ਰਸਤਾ ਉਹ ਖੋਲ੍ਹ ਦਿੰਦੇ ਸੀਗੇ ਤੇ ਅਸੀਂ ਪਿੱਛੇ ਹਟ ਜਾਂਦੇ ਸੀਗੇ। ਅਸੀਂ ਕਹਿੰਦੇ ਸੀ ਵੀ ਕਿ ਨਾ, ਮੈਂ ਐਲੀਜੀਬਲ ਨਹੀਂ ਹਾਂ ਕਿ ਮੈਂ ਅੰਦਰ ਜਾ ਸਕਾਂ। ਇਹ ਕਿੱਥੇ ਗਈਆਂ ਉਹ 'ਚ? ਯਾਨੀ ਕਿ ਆਮ ਆਦਮੀ ਪਾਰਟੀ ਤੁਹਾਡੇ ਸਾਰੇ ਸ਼ਬਦ ਇੱਕ ਤਸਦੀਕ ਕਰਦੇ ਕਿ ਨੌ ਸਿੱਖੀਆ ਪਾਰਟੀ ਹੈ, ਜਿਹਨੂੰ ਪਤਾ ਨਹੀਂ ਗਿਆ, ਜਾਂ ਉਹ ਦਿੱਲੀ 'ਚ ਜੋ ਚੱਲਦਾ ਇੱਥੇ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਇੱਕ ਗੱਲ ਹੋਰ ਹੈ ਕਿ ਪਹਿਲੀ ਵਾਰੀ ਹੋਇਆ ਕਿ ਕਾਂਗਰਸ ਨੇ ਚੋਣ ਪ੍ਰਕਿਰਿਆ ਵਿੱਚ ਸ਼ਮੂਲੀਅਤ ਨਹੀਂ ਕੀਤੀ, ਜਦੋਂ ਕਿ 1996 ਦੇ ਵਿੱਚ ਇੱਕ ਕੈਂਡੀਡੇਟ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਮੇਅਰ ਦਾ ਚੁਣਾਵ ਲੜਿਆ ਸੀਗਾ। ਤੇ ਕਾਂਗਰਸ ਇੱਕ ਵੱਡੀ ਪਾਰਟੀ ਹੋਣ ਦੇ ਨਾਤੇ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਕਿਸ ਸਥਿਤੀ 'ਤੇ ਮਹਿਸੂਸ ਕਰਦੇ ਹੋ ਤੁਸੀਂ? ਦੇਖੋ, ਕਾਂਗਰਸ ਦੇ ਬੰਦੇ ਆਂਦੇ ਤੇ ਦੋ ਬੰਦੇ ਜਿਸਲੇ ਆਮਨੇ ਸਾਹਮਣੇ ਖੜੇ ਆ ਤੇ ਕਿਸੇ ਪਾਸੇ ਵੋਟ ਪਾਉਂਦੇ, ਤੇ ਕਾਂਗਰਸ ਨੇ ਡਿਸਾਈਡ ਕੀਤਾ ਆਪਣੇ ਐਂਡ ਦੇ ਉੱਤੇ ਕਿ ਅਸੀਂ ਅਬਸਟੇਨ ਕਰ ਲੈਂਦੇ ਹਾਂ, ਕਿਉਂਕਿ ਉਹ ਆਪਣਾ ਕੈਂਡੀਡੇਟ ਤੇ ਜਿਤਾ ਨਹੀਂ ਸੀ ਸਕਦੇ। ਲੇਕਿਨ ਹੁਣ ਉਹਨਾਂ ਨੇ ਕਿਉਂ ਨਹੀਂ ਲੜਿਆ, ਇਹਦਾ ਜਵਾਬ ਤੇ ਉਹ ਚਾਵਲਾ ਸਾਹਿਬ ਦੇ ਸਕਦੇ, ਮੈਂ ਤੇ ਨਹੀਂ ਦੇ ਸਕਦਾ। ਦੂਸਰੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਆਪਣੀ ਭਾਈਵਾਲ ਪਾਰਟੀ ਰਹੀ ਹੈ ਤੇ 9 ਮਾਸ ਦਾ ਰਿਸ਼ਤਾ ਵੀ ਕਿਹਾ ਜਾਂਦਾ ਰਿਹਾ, ਤੇ ਅਕਾਲੀ ਦਲ ਐਤਕੀ ਜਾਪ ਰਿਹਾ ਸੀ ਸਭ ਦੀ ਕਿਹਾ ਸੀਗਾ ਕਿ ਸ਼ਾਇਦ ਅਕਾਲੀ ਦਲ ਦੀ ਵੋਟ ਤੁਹਾਡੇ ਵੱਲ ਪੈ ਜੇ। ਪਰ ਜਦੋਂ ਉਹਨਾਂ ਨੇ ਗੱਲ ਕੀਤੀ, ਕਹਿੰਦੇ ਮੈਨੂੰ ਬਹੁਤ ਵੱਡੇ ਵੱਡੇ ਲੀਡਰਾਂ ਦੇ ਫੋਨ ਆਏ, ਪਰ ਸਾਡਾ ਸਟੈਂਡ ਅਸੀਂ ਨਹੀਂ ਆਉਂਦੇ। ਤੁਸੀਂ ਕਿਵੇਂ? ਦੇਖੋ, ਇੱਕੋ ਪਾਰਟੀ ਹੈ, ਪਾਰਟੀ ਆਪਣੀ ਜ਼ਿੰਮੇਵਾਰੀ ਦੇ ਨਾਲ ਆਪਣਾ ਸਟੈਂਡ ਲੈਂਦੀ ਹੈ। ਅਸੀਂ ਵੀ ਉਹਨਾਂ ਨਾਲ, ਹਰਦੀਪ ਸਾਡਾ ਭਰਾ ਹੈ, ਅਸੀਂ ਉਹਨੂੰ ਜਿਹੜੇ ਹੈਗੇ ਆ 3 ਇਲੈਕਸ਼ਨ ਅਸੀਂ ਵੀ ਉਹਨੂੰ ਲੜਾਏ ਆ, ਉਹਦੇ ਭਰਾ ਨੂੰ ਵੀ ਅਸੀਂ ਲੜਾਇਆ, ਔਰ ਇੱਥੋਂ ਤੱਕ ਕਿ ਉਹਨਾਂ ਦੇ ਪਿਤਾ ਜੀ ਵੀ ਇਹਦੇ 'ਚ ਸਦਨ 'ਚ ਰਹੇ ਆ। ਸਾਡਾ ਇੱਕ ਤਰ੍ਹਾਂ ਦਾ ਭਰਾਵਾਂ ਵਕਨ ਸਾਡਾ ਪਿਆਰ ਹੈਗਾ। ਉਹ ਪਿਆਰ ਦੇ ਸਦਕੇ ਤੇ ਅਸੀਂ ਉਹਨਾਂ ਨਾਲ ਗੱਲ ਕਰਦੇ ਹੀ ਹਾਂ। ਉਹਨਾਂ ਨੇ ਕਿਹਾ ਕਿ ਜੀ ਸਾਡੀ ਪਾਰਟੀ ਦੀ ਸਾਡੀ ਇਹ ਲਿਮਿਟੇਸ਼ਨ ਹੈ, ਤੇ ਉਹਨਾਂ ਨੇ ਆਪਣਾ ਉਹਦੇ 'ਚੋਂ ਐਬਸਟੇਨ ਕੀਤਾ। ਉਹਦਾ ਵੀ ਹੱਕ ਹੈਗਾ, ਉਹਨਾਂ ਨੂੰ ਐਬਸਟੇਨ ਕਰਨ ਦਾ ਵੀ ਹੱਕ ਹੈ। ਇੱਕ ਚਰਚਾ ਹੋਰ ਚੱਲੀ ਟੰਡਨ ਸਾਹਿਬ, ਬੜੀ ਪਹਿਲੀ ਵਾਰੀ ਸੁਣਨ ਨੂੰ ਮਿਲੀ ਕਿ ਲੱਖਾਂ ਤੋਂ ਲੈ ਕੇ ਕਰੋੜਾਂ ਤੱਕ ਦੀ ਆਫਰ ਸੀਗੀ, ਨਾਲ ਇੱਕ ਵਹੀਕਲ ਦੇਣ ਦੀ ਵੀ ਆਫਰ ਚੱਲ ਰਹੀ ਸੀਗੀ। ਇਹ ਕੀ ਚਰਚਾ ਨੂੰ ਤੁਸੀਂ ਕਿਵੇਂ? ਦੇਖੋ, ਜਿਹੜੇ ਨੰਬਰ ਸਾਹਮਣੇ ਆਏ ਹੈ ਉਹਨਾਂ ਦੇ ਵਿੱਚੋਂ ਜੇ ਕੋਈ ਨੰਬਰ 'ਚ ਹੇਰ ਫੇਰ ਹੋਈ ਹੁੰਦੀ ਤੇ ਤੁਹਾਡੀ ਗੱਲ ਦੇ ਉੱਤੇ ਸ਼ਾਇਦ ਮੋਹਰ ਲੱਗ ਜਾਂਦੀ। ਇੱਥੇ ਤੇ ਇੱਕ ਨਵਾਂ ਪੈਸਾ ਲੈਫਟ ਤੋਂ ਰਾਈਟ ਨਹੀਂ ਹੋਇਆ, 14 ਦੋਨੋਂ ਪਾਸੇ ਸੀ। ਉਹਨਾਂ ਦੀ ਜਿਹੜੀ ਵੋਟ, ਇੱਕ ਵੋਟ ਨੇ ਆਪਣਾ 2 ਪਾਸੇ ਮੋਹਰ ਲਾਈ ਦੀ ਹੈ, 2 ਪਾਸੇ ਮੋਹਰ ਲਾਈ ਤੇ ਉਹਨਾਂ ਦਾ ਇੱਕ ਵੋਟ ਕੈਂਸਲ ਹੋ ਗਿਆ, ਤੇ ਸਾਡੇ 14 ਦੇ 14 ਸਾਨੂੰ ਮਿਲ ਗਏ। ਤੇ ਨਹੀਂ ਤੇ ਮੇਰੇ ਵੋਟ ਅਗਰ ਇਹੋ ਜਿਹੀ ਹੁੰਦੀ, ਗੱਲ ਤੁਹਾਡੀ ਸੱਚੀ ਹੁੰਦੀ, ਤੇ ਜਾਂ ਮੇਰੇ ਜਾਂ ਉਹਨਾਂ ਦੇ ਵੋਟ ਵਧੇ ਹੁੰਦੇ ਨਾ। ਵੋਟ ਤੇ ਕਿਸੇ ਦੇ ਵੀ ਨਹੀਂ ਵਧੇ। ਨਹੀਂ, ਕਿਤੇ ਨਾ ਕਿਤੇ ਜਿਹੜੀ ਕੈਂਸਲੇਸ਼ਨ ਹੋਈ ਹੈ ਵੋਟ ਦੀ, ਜਾਂ ਪਹਿਲਾਂ 5 ਵੋਟਾਂ ਆਈਆਂ ਆਬਜੈਕਸ਼ਨ ਦੇ ਦਾਇਰੇ ਦੇ ਵਿੱਚ, ਫਿਰ ਉਹ ਕੱਟ ਕੇ 1 ਰਹਿ ਗਈ। ਨਹੀਂ, ਉਹ ਤੇ ਉਹਨਾਂ ਦਾ ਕਾਊਂਟ ਕਰਨ ਦਾ ਤਰੀਕਾ ਹੈ ਨਾ ਜੀ। ਜਿੱਥੇ ਹੁੰਦੀ ਉਹ ਕਹਿੰਦੇ ਇੱਕ ਵਾਰ ਇਹਨੂੰ ਸਾਈਡ ਤੇ ਰੱਖ ਕੇ ਫੇਰ ਗੱਲ ਕਰਦੇ ਹਾਂ। ਯਾਨੀ ਕਿ ਕੋਈ ਐਸੀ ਚਰਚਾ ਹੀ ਸੀ ਕਿ ਹਕੀਕਤ ਉਹ 'ਚ ਹੈ ਨਹੀਂ। ਇਹ ਤੇ ਹੁਣ ਤੁਸੀਂ ਵੀ ਉਹੀਓ ਅੱਖਾਂ ਨਾਲ ਵੇਖਿਆ ਜਿਹੜੀਆਂ ਅੱਖਾਂ ਨਾਲ ਮੈਂ ਵੇਖਿਆ। ਤੋ ਮੇਰੀ ਕੈਲਕੂਲੇਸ਼ਨ ਤੁਹਾਡੀ ਕੈਲਕੂਲੇਸ਼ਨ ਅੱਡ ਨਹੀਂ ਹੋ ਸਕਦੀ। ਜੋ ਹੋਇਆ ਉੱਥੇ ਉਹ ਤੁਹਾਡੇ ਸਾਹਮਣੇ ਹੋਇਆ। ਪ੍ਰੀਜ਼ਾਈਡਿੰਗ ਅਫਸਰ ਨੇ ਜਦ ਡਿਕਲੇਅਰ ਕਰ ਦਿੱਤਾ ਤਾਂ ਉਸ ਤੋਂ ਬਾਅਦ ਸਾਰੀ ਗੱਲ ਦੇ ਵਿੱਚ ਜਿਹੜੀ ਹੈਗੀ ਹੈ ਕੋਈ ਗੁੰਜਾਇਸ਼ ਰਹਿ ਨਹੀਂ ਜਾਂਦੀ। ਉਹਨਾਂ ਨੂੰ ਕੋਈ ਸ਼ਿਕਾਇਤ ਹੈ, ਉਹ ਜ਼ਰੂਰ ਆਪਣੀ ਸ਼ਿਕਾਇਤ ਫਾਈਲ ਕਰਨ। ਚਲੋ ਦਰਸ਼ਕਾਂ ਨਾਲ ਸਾਂਝੀ ਕਰੋ ਕਿ ਚੰਡੀਗੜ੍ਹ ਨਾਲ ਸਾਂਝੀ ਕਰੋ ਕਿ ਗੱਲ ਕਿ ਹੁਣ ਭਾਜਪਾ ਦਾ ਮੇਅਰ ਬਣ ਗਿਆ। 1 ਸਾਲ ਤੁਸੀਂ ਤਾਂ 5 ਸਾਲਾਂ ਦਾ ਦਾਅਵਾ ਕੀਤਾ ਕਿ ਚਲੋ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ ਉਹ ਵੱਖਰੀ ਗੱਲ ਹੈ। 1 ਸਾਲ ਲਈ ਤਾਂ ਮੇਅਰ ਪਰਪੱਕ ਹੋ ਗਿਆ। ਤੁਸੀਂ ਇਹ ਦੱਸੋ ਕਿ ਹੁਣ ਨਵੇਂ ਜਿਹੜੇ ਕੰਮ ਪਿਛਲੇ ਕਾਰਜਕਾਲ ਦੇ ਵਿੱਚ ਰਹਿ ਗਏ ਉਹ ਕਿਹੜੇ ਪੂਰੇ ਹੋਣਗੇ, ਜਾਂ ਨਵਾਂ ਟਾਰਗੇਟ ਕੀ ਲੈ ਕੇ ਚੱਲੇ? ਦੇਖੋ, ਅੱਜ ਤੇ ਹਾਲੇ ਹੁਣ ਅਸੀਂ ਸੀਨੀਅਰ ਡਿਪਟੀ ਮੇਅਰ ਦੇ ਇਲੈਕਸ਼ਨ ਦੇ ਵਿੱਚ ਲੱਗੇ ਦੇ ਹਾਂ। ਇਹਦੇ ਵਿੱਚ ਪੂਰਾ ਅਸੀਂ ਆਪਣਾ ਮੈਨੀਫੈਸਟੋ ਵੀ ਅਸੀਂ ਦਿੱਤਾ ਸੀ। ਸਾਡਾ ਇੱਕ ਜਿਹੜਾ ਹੈਗਾ ਵਿਸ਼ੇ ਪੱਤਰ ਅਸੀਂ ਜਾਰੀ ਕੀਤਾ ਦਾ, ਤੇ ਉਹਦੇ ਮੁਤਾਬਕ ਸਾਡੇ ਮੇਅਰ ਜਿਹੜਾ ਹੈ ਸਾਹਿਬਾ ਉਹਦੇ 'ਤੇ ਕੰਮ ਕਰਨਗੇ। ਪਰ ਮੈਨੂੰ ਲੱਗਦਾ ਕਿ ਇੱਕ ਜਿਵੇਂ ਪਿਛਲੇ 6 ਸਾਲਾਂ 'ਚ ਸਾਡੇ ਮੇਅਰਾਂ ਨੇ ਕੰਮ ਕੀਤਾ,
ਅਸੀਂ ਉਹਦੇ ਨਾਲ ਹੁਣ ਇਹ ਵੀ ਸਾਲ ਨੂੰ ਨਾਲ ਜੋੜ ਕੇ ਅਸੀਂ ਹੋਰ ਚੰਗਾ ਕੰਮ ਕਰਾਂਗੇ। ਸਾਡੀ ਟੀਮ ਹੋਰ ਅੱਗੇ ਵੱਧ ਕੇ ਕੰਮ ਕਰੇਗੀ ਔਰ ਜਿੱਥੇ ਕਿਤੇ ਕੋਈ ਸਾਡੀ ਜੇ ਕੋਈ ਕਮੀ ਰਹੀ ਹੈ ਕੋਈ ਇਲੈਕਸ਼ਨਾਂ ਦੇ ਵਿੱਚ ਤੇ ਅਸੀਂ ਉਹਨੂੰ ਵੀ ਭਰਮਾਈ ਉਹਦੀ ਪੂਰੀ ਕਰਾਂਗੇ। ਇੱਕ ਲਾਸਟ ਸਵਾਲ ਜਾਂਦੇ ਜਾਂਦੇ ਦੱਸ ਕੇ ਜਾਓ, 21 ਤੋਂ ਆਪਾਂ 12 ਸੀਟਾਂ ਤੇ ਆ ਗਏ ਹਾਂ ਤੇ ਇਹਦਾ ਕੀ ਕਾਰਨ ਰਿਹਾ? ਦੇਖੋ ਇਹ ਤੇ ਹੁਣ ਅਸੀਂ ਤੇ ਇਹ ਸਾਰੀ ਡਿਸਕਸ਼ਨ ਜਿਹੜੀ ਹੈਗੀ ਆ ਕਿਉਂਕਿ ਚੁਣਾਵ ਦੇ ਬਾਅਦ ਮੇਅਰ ਦੇ ਚੁਣਾਵ ਵੱਲ ਚੱਲ ਪਈ ਤੇ ਅਸੀਂ ਆਪਣੀ ਜਿਹੜੀ ਹੈਗੀ ਹੈ ਉਹਨੂੰ ਬੈਠ ਕੇ ਆਪਣੀ ਬੈਠਕ ਕਰਾਂਗੇ ਇੱਕ ਇੱਕ ਵਾਰਡ ਦੇ ਉੱਤੇ ਵੀ ਕਿੱਥੇ ਕਮੀ ਰਹੀ ਕੀ ਕਾਰਨ ਰਹੇ। ਮੈਨੂੰ ਲੱਗਦਾ ਉਹਦੇ ਤੇ ਥੋੜ੍ਹਾ ਜਿਹਾ ਸਟੱਡੀ ਕਰਕੇ ਫਿਰ ਅਸੀਂ ਆਪਣੀ ਸਮੀਖਿਆ ਕਰਕੇ ਤਾਂ ਹੀ ਦੱਸ ਪਾਵਾਂਗੇ ਕਿ ਕਿੱਥੇ ਹੈਗਾ। ਓਵਰਆਲ ਕੋਈ ਇਹੋ ਜਿਹੀ ਜਿਹੜੀ ਹੈਗੀ ਹੈ ਕਿ ਵੀ ਜਿਸ ਤਰ੍ਹਾਂ ਇਹਨਾਂ ਨੇ ਫ੍ਰੀ ਚੀਜ਼ਾਂ ਦੇਣ ਦਾ ਐਲਾਨ ਕੀਤਾ, ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਸ ਚੀਜ਼ ਦਾ ਸ਼ਾਇਦ ਲੋਕਾਂ ਦੇ ਮਾਈਂਡ ਦੇ ਵਿੱਚ ਉਸ ਦਾ ਇਫੈਕਟ ਰਿਹਾ ਹੋਵੇ। ਨਾਰਮਲੀ ਚੰਡੀਗੜ੍ਹ ਇਸ ਤਰ੍ਹਾਂ ਮੰਨਦਾ ਨਹੀਂ ਹੈ ਲੇਕਿਨ ਫਿਰ ਵੀ ਇਹਨਾਂ ਨੇ ਜਿਹੜੀਆਂ ਜਿਸ ਤਰ੍ਹਾਂ ਦੀਆਂ ਉਹ ਕੀਤਾ ਹੋ ਸਕਦਾ ਕਿ ਕੋਈ ਇਸ ਚੀਜ਼ ਦਾ ਇਫੈਕਟ ਰਿਹਾ ਹੋਵੇ ਲੇਕਿਨ ਇਹ ਬੜਾ ਇੱਕ ਆਫ ਦਾ ਕਫ ਰਿਮਾਰਕ ਹੈ। ਇਹਨੂੰ ਥੋੜ੍ਹਾ ਸਮੀਖਿਆ ਗਹਿਰਾਈ ਦੇ ਵਿੱਚ ਬੈਠ ਕੇ ਕਰਾਂਗੇ ਫਿਰ ਤੁਹਾਨੂੰ ਦੱਸ। ਇੱਕ ਵੱਡੀ ਗੱਲ ਇਹ ਹੋਈ ਕਿ ਤੁਹਾਡਾ ਵੋਟ ਸ਼ੇਅਰ ਤਾਂ ਉਨਾ ਹੀ ਰਿਹਾ, ਵੋਟ ਸ਼ੇਅਰ ਤੁਹਾਡਾ ਦੂਸਰੇ ਨੰਬਰ ਤੇ ਰਿਹਾ, ਪਹਿਲੇ ਨੰਬਰ ਤੇ ਖੈਰ ਕਾਂਗਰਸ ਦਾ ਰਿਹਾ ਮੈਨੂੰ ਲੱਗਦਾ। ਤੇ ਵੋਟ ਸ਼ੇਅਰ ਜ਼ਿਆਦਾ ਹੋਣ ਦੇ ਬਾਵਜੂਦ ਥੋੜੀ ਨੁਮਾਇੰਦਗੀ ਨੂੰ ਕਿਤੇ ਨਾ ਕਿਤੇ ਚੰਡੀਗੜ੍ਹੀਆਂ ਨੇ ਸਵੀਕਾਰ ਨਹੀਂ ਕੀਤਾ। ਦੇਖੋ ਵੋਟ ਸ਼ੇਅਰ ਦਾ ਐਨਾਲਿਸਿਸ ਸੀਟਾਂ ਦੇ ਵਿੱਚ ਕਿਵੇਂ ਕਨਵਰਟ ਹੁੰਦਾ ਹੈ ਇਹ ਸਾਰੀ ਦੀ ਸਾਰੀ ਚੀਜ਼ ਜਿਹੜੀ ਹੈ ਤੁਹਾਡੇ ਸਾਹਮਣੇ ਜਿਸਲੇ ਸਮੀਖਿਆ ਹੋਏਗੀ ਉਸ ਤੋਂ ਬਾਅਦ ਹੀ ਆਏਗੀ। ਜਿੱਥੇ ਕਿਸੇ ਇੱਕ ਸੀਟ ਦੇ ਉੱਤੇ ਕੋਈ ਇੱਕ ਬੰਦਾ ਜ਼ਿਆਦਾ ਵੋਟ ਲੈ ਕੇ ਜਿੱਤ ਜਾਂਦਾ, ਕੋਈ ਇੱਕ ਸੀਟ ਹੈਗੀ ਹੈ ਜਿਹੜੀ ਯੂਨੀਵਰਸਿਟੀ ਵਾਲੀ ਉਹ ਸ਼ਾਇਦ 9000 ਵੋਟਾਂ ਦੀ ਸੀਟ ਜੀ ਤੇ ਇੱਕ ਜਿਹੜੀ ਸੀਟ ਹੈਗੀ ਹੈ ਸ਼ਾਇਦ ਰਾਮ ਦਰਬਾਰ ਦੀ ਉਹ 27000 ਦੀ ਹੈ ਜੀ। ਤੇ ਜਿਸ ਵਕਤ ਇੰਨਾ ਡਿਫਰੈਂਸ ਉਹਦੇ ਵਿੱਚ ਹੈਗਾ ਤੇ ਜਿਹੜਾ ਉੱਥੋਂ ਬੰਦਾ ਜਿੱਤੇਗਾ ਔਰ ਜਿਹੜਾ ਉੱਥੋਂ ਜਿੱਤੇਗਾ ਉਹਦਾ ਫਰਕ ਤੇ ਹੋਏਗਾ ਹੀ ਨਾ। ਥੈਂਕ ਯੂ। ਠੀਕ ਹੈ ਜੀ। ਇਹ ਸਨ ਸ਼੍ਰੀ ਸੰਜੇ ਟੰਡਨ ਜੀ ਜੋ ਚੰਡੀਗੜ੍ਹ ਦੀ ਹਰ ਨਬਜ਼ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਸਿਆਸਤ ਨੂੰ ਸਮਝਦੇ ਨੇ ਕਿਉਂਕਿ ਸਭ ਤੋਂ ਲੰਬਾ ਸਮਾਂ ਜੇ ਭਾਜਪਾ ਦੇ ਵਿੱਚ ਕਿਸੇ ਇਕਾਈ ਦੀ ਪ੍ਰਧਾਨਗੀ ਇਹਨਾਂ ਨੂੰ ਮਿਲੀ ਹੈ ਤਾਂ ਉਹ ਸੰਜੇ ਟੰਡਨ ਨੂੰ ਮਿਲੀ ਹੈ ਕਿ ਉਹ ਬਹੁਤ ਲੰਬੇ ਸਮੇਂ ਤੋਂ ਚੰਡੀਗੜ੍ਹ ਦੀ ਲੋਕਾਂ ਨੂੰ, ਚੰਡੀਗੜ੍ਹ ਦੀਆਂ ਮੰਗਾਂ ਨੂੰ, ਚੰਡੀਗੜ੍ਹ ਦੇ ਕੰਮਾਂ ਨੂੰ ਸਮਝਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਹੁਣ ਹੀ ਨਹੀਂ ਤੇ ਆਉਂਦੇ 5 ਸਾਲਾਂ ਦੇ ਵਿੱਚ ਵੀ ਸਾਡਾ ਮੇਅਰ ਰਹੇਗਾ ਤੇ ਉਹ ਕਿਸ ਤਰ੍ਹਾਂ ਰਹੇਗਾ ਇਹ ਤਾਂ ਖੈਰ ਆਉਣ ਵਾਲੀ ਜਦੋਂ ਚੋਣ ਪਏਗੀ ਉਦੋਂ ਹੋਊਗੀ। ਅੱਜ ਦੇ ਹੰਗਾਮੇ ਤੋਂ ਲੱਗਦਾ ਕਿ ਆਉਣ ਵਾਲੇ ਮੇਅਰਾਂ ਦੇ ਵਿੱਚ ਇਸ ਤੋਂ ਵੱਡਾ ਹੰਗਾਮਾ ਹੋਣ ਦੀ ਸੰਭਾਵਨਾ